ਪੰਜਾਬ ਦੀਆਂ ਲੱਖਾਂ ਔਰਤਾਂ ਦੇ ਖਾਤੇ ਵਿੱਚ 1 ਅਗਸਤ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਪੈਸੇ ਆ ਗਏ। ਪਰ ਕਈ ਅਜਿਹੀਆਂ ਵੀ ਹਨ ਜਿਨ੍ਹਾਂ ਦੇ ਖਾਤੇ ਵਿੱਚ ਹਲੇ ਤੱਕ 1 ਰੁਪਿਆ ਵੀ ਨਹੀਂ ਆਇਆ ਅਤੇ ਜਦੋਂ ਗੁਆਂਢਣ ਜਾਂ ਭੈਣਾਂ ਦੇ ਖਾਤੇ ਵਿੱਚ ਪੈਸੇ ਆ ਜਾਣ, ਆਪਣੇ ਖਾਤੇ ਵਿੱਚ ਨਾ ਆਣ ਤਾਂ ਸਵਾਲ ਉੱਠਣਾ ਲਾਜ਼ਮੀ ਹੈ। ਸਰਕਾਰ ਨੇ ਧੋਖਾ ਕੀਤਾ ਜਾਂ ਕੋਈ ਗਲਤੀ ਹੋ ਗਈ। ਅੱਜ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਪੈਸੇ ਕਿਸ ਨੂੰ ਕਿੰਨੇ ਮਿਲੇ, ਕਿਹੜੀਆਂ ਗਲਤੀਆਂ ਕਰਕੇ ਪੈਸੇ ਅਟਕੇ ਹੋਏ ਹਨ ਅਤੇ ਜੇ ਤੁਹਾਡੇ ਖਾਤੇ ਵਿੱਚ ਵੀ ਨਹੀਂ ਆਏ ਤਾਂ ਹੁਣ ਕੀ ਕਰਨਾ ਚਾਹੀਦਾ ਹੈ। ਪੂਰੀ ਵੀਡੀਓ ਦੇਖੋ ਤਾਂ ਜੋ ਕੋਈ ਜ਼ਰੂਰੀ ਗੱਲ ਖੁੰਝ ਨਾ ਜਾਵੇ। ਕਿਸ ਨੂੰ ਕਿੰਨਾ ਪੈਸਾ ਮਿਲਿਆ, ਪਹਿਲਾਂ ਇਹ ਸਮਝ ਲਓ ਹੋਇਆ ਕੀ ਹੈ। 1 ਜੁਲਾਈ ਨੂੰ ਇਸ ਯੋਜਨਾ ਦੀ ਪਹਿਲੀ ਕਿਸ਼ਤ ਜਾਰੀ ਹੋਈ ਸੀ। ਉਸ ਵਿੱਚ ਜਿਨ੍ਹਾਂ ਔਰਤਾਂ ਦਾ ਫਾਰਮ ਪਹਿਲਾਂ ਹੀ ਵੈਰੀਫਾਈ ਹੋ ਚੁੱਕਾ ਸੀ ਅਤੇ ਸਟੇਟਸ ਅਪਡੇਟ ਸੀ, ਉਹਨਾਂ ਦੇ ਖਾਤੇ ਵਿੱਚ ਜੁਲਾਈ, ਅਗਸਤ ਅਤੇ ਸਤੰਬਰ 3 ਮਹੀਨਿਆਂ ਦੇ ਪੈਸੇ ਇਕੱਠੇ ਭੇਜੇ ਗਏ। ਜਨਰਲ ਕੈਟਾਗਰੀ ਦੀਆਂ ਔਰਤਾਂ ਨੂੰ 3000 ਰੁਪਏ ਅਤੇ ਐਸਸੀ ਕੈਟਾਗਰੀ ਦੀ ਔਰਤਾਂ ਨੂੰ 1500 ਦੀ ਦਰ ਨਾਲ 4500 ਰੁਪਏ ਮਿਲੇ। ਪਰ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਦੇਰੀ ਨਾਲ ਹੋਈ ਸੀ ਜਾਂ ਵੈਰੀਫਿਕੇਸ਼ਨ ਉਸ ਸਮੇਂ ਤੱਕ ਪੂਰੀ ਨਹੀਂ ਹੋਈ ਸੀ, ਉਹਨਾਂ ਦਾ ਪੈਸਾ 1 ਜੁਲਾਈ ਨੂੰ ਨਹੀਂ ਆਇਆ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ 1 ਅਗਸਤ ਨੂੰ ਪਠਾਨਕੋਟ ਤੋਂ ਦੂਜੀ ਕਿਸ਼ਤ ਜਾਰੀ ਕੀਤੀ। ਇਹ ਖਾਸ ਤੌਰ ਤੇ ਉਹਨਾਂ ਔਰਤਾਂ ਲਈ ਸੀ ਜੋ ਪਹਿਲੀ ਵਾਰ ਖੁੰਝ ਗਈਆਂ ਸਨ। ਹੁਣ ਤੱਕ ਇਸ ਯੋਜਨਾ ਵਿੱਚ 72,56,000 ਤੋਂ ਵੱਧ ਔਰਤਾਂ ਰਜਿਸਟਰ ਹੋ ਚੁੱਕੀਆਂ ਹਨ, ਜੋ ਆਪਣੇ ਆਪ ਵਿੱਚ ਵੱਡੀ ਗਿਣਤੀ ਹੈ। ਇਸ ਦਾ ਮਤਲਬ ਹੈ ਕਿ ਪੈਸਾ ਹਰ ਕਿਸੇ ਨੂੰ ਇੱਕੋ ਦਿਨ ਨਹੀਂ ਮਿਲ ਰਿਹਾ, ਸਗੋਂ ਬੈਚਾਂ ਵਿੱਚ ਵੰਡਿਆ ਜਾ ਰਿਹਾ ਹੈ, ਜਿਸ ਤਰ੍ਹਾਂ ਹਰ ਔਰਤ ਦੀ ਫਾਈਲ ਵੈਰੀਫਾਈ ਹੁੰਦੀ ਜਾ ਰਹੀ ਹੈ। ਸੋ ਜੇ ਤੁਹਾਡੇ ਖਾਤੇ ਵਿੱਚ ਹਾਲੇ ਨਹੀਂ ਆਏ ਤਾਂ ਘਬਰਾਉਣ ਦੀ ਲੋੜ ਨਹੀਂ। ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਦੇਰੀ ਦੀ ਅਸਲ ਵਜ੍ਹਾ ਕੀ ਹੈ। ਅਗਲੇ ਹਿੱਸੇ ਵਿੱਚ ਉਹੀ ਗੱਲ ਕਰਦੇ ਹਾਂ। ਪੈਸੇ ਨਾ ਆਉਣ ਦੇ ਅਸਲ ਕਾਰਨ ਕੀ ਹਨ। ਹੁਣ ਗੱਲ ਕਰਦੇ ਹਾਂ ਸਭ ਤੋਂ ਜ਼ਰੂਰੀ ਸਵਾਲ ਦੀ, ਪੈਸੇ ਅਟਕਦੇ ਕਿਉਂ ਹਨ। ਸਭ ਤੋਂ ਵੱਡੀ ਵਜ੍ਹਾ ਹੈ ਆਧਾਰ ਅਤੇ ਬੈਂਕ ਖਾਤੇ ਦਾ ਸਹੀ ਢੰਗ ਨਾਲ ਲਿੰਕ ਨਾ ਹੋਣਾ। ਇਸ ਯੋਜਨਾ ਦਾ ਪੈਸਾ ਡੀਬੀਟੀ ਯਾਨੀ ਡਾਇਰੈਕਟਰੇਟ ਬੈਨੀਫਿਟ ਟ੍ਰਾਂਸਫਰ ਰਾਹੀਂ ਆਉਂਦਾ ਹੈ। ਇਸ ਦਾ ਮਤਲਬ ਹੈ ਕਿ ਸਿਰਫ ਆਧਾਰ ਕਾਰਡ ਵਿੱਚ ਬੈਂਕ ਖਾਤਾ ਨੰਬਰ ਲਿਖਿਆ ਹੋਣਾ ਕਾਫੀ ਨਹੀਂ। ਖਾਤਾ NPCI ਮੈਪਰ ਤੇ ਆਧਾਰ ਨਾਲ ਸੀਡ ਹੋਣਾ ਚਾਹੀਦਾ ਹੈ। ਕਈ ਵਾਰ ਇੱਕ ਬੰਦੇ ਦੇ 2-3 ਬੈਂਕ ਖਾਤੇ ਹੁੰਦੇ ਨੇ ਅਤੇ ਆਧਾਰ ਕਿਸੇ ਪੁਰਾਣੇ ਜਾਂ ਬੰਦ ਪਏ ਖਾਤੇ ਨਾਲ ਸੀਡ ਹੁੰਦਾ ਹੈ। ਸਰਕਾਰ ਪੈਸਾ ਉਸੇ ਖਾਤੇ ਵਿੱਚ ਭੇਜ ਦਿੰਦੀ ਹੈ ਅਤੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਦੂਜੀ ਵੱਡੀ ਗਲਤੀ ਹੈ ਖਾਤੇ ਦਾ ਡੋਰਮੈਂਟ ਹੋਣਾ। ਜੇ ਬਹੁਤ ਸਮੇਂ ਤੋਂ ਕਿਸੇ ਖਾਤੇ ਵਿੱਚ ਕੋਈ ਲੈਣ ਦੇਣ ਨਹੀਂ ਹੋਇਆ ਤਾਂ ਬੈਂਕ ਉਸ ਨੂੰ ਇਨਐਕਟਿਵ ਕਰ ਦਿੰਦਾ ਹੈ ਅਤੇ ਅਜਿਹੇ ਖਾਤੇ ਵਿੱਚ DBT ਟ੍ਰਾਂਸਫਰ ਫੇਲ ਹੋ ਜਾਂਦਾ ਹੈ। ਤੀਜੀ ਗਲਤੀ ਹੈ ਫਾਰਮ ਭਰਦੇ ਵੇਲੇ ਗਲਤ ਜਾਣਕਾਰੀ ਦੇਣਾ, ਜਿਵੇਂ ਕਿ ਨਾਮ ਦੀ ਸਪੈਲਿੰਗ ਆਧਾਰ ਕਾਰਡ ਨਾਲ ਮੈਚ ਨਾ ਕਰਨਾ ਜਾਂ ਵੋਟਰ ID ਪੁਰਾਣੇ ਪਤੇ ਦਾ ਹੋਣਾ। ਚੌਥੀ ਵਜ੍ਹਾ ਹੈ ਯੋਗਤਾ ਦੀ ਸ਼ਰਤ ਪੂਰੀ ਨਾ ਹੋਣਾ। ਜੋ ਔਰਤਾਂ ਪੰਜਾਬ ਸਰਕਾਰ ਦੀਆਂ ਪੱਕੀਆਂ ਜਾਂ ਰਿਟਾਇਰਡ ਮੁਲਾਜ਼ਮ ਹਨ ਜਾਂ ਜਿਨ੍ਹਾਂ ਦੇ ਪਤੀ, ਪਿਓ ਜਾਂ ਪੁੱਤ ਮੌਜੂਦਾ ਜਾਂ ਸਾਬਕਾ ਵਿਧਾਇਕ, ਸਾਂਸਦ ਜਾਂ ਮੰਤਰੀ ਰਹੇ ਹਨ, ਉਹ ਇਸ ਯੋਜਨਾ ਦੇ ਦਾਇਰੇ ਤੋਂ ਬਾਹਰ ਹਨ। ਇਸੇ ਤਰ੍ਹਾਂ ਜੋ ਔਰਤਾਂ ਇਨਕਮ ਟੈਕਸ ਭਰਦੀਆਂ ਹਨ ਉਹ ਵੀ ਯੋਗ ਨਹੀਂ ਮੰਨੀਆਂ ਜਾਂਦੀਆਂ। ਪੰਜਵੀਂ ਗਲਤੀ ਜੋ ਬਹੁਤ ਆਮ ਹੈ ਉਹ ਹੈ ਫਾਰਮ ਭਰਨ ਤੋਂ ਬਾਅਦ ਵੈਰੀਫਿਕੇਸ਼ਨ ਦਾ ਸਟੇਟਸ ਚੈੱਕ ਹੀ ਨਾ ਕਰਨਾ। ਬਹੁਤ ਸਾਰੀਆਂ ਔਰਤਾਂ ਫਾਰਮ ਭਰ ਕੇ ਬੈਠ ਜਾਂਦੀਆਂ ਹਨ ਅਤੇ ਸਮਝ ਲੈਂਦੀਆਂ ਹਨ ਕਿ ਕੰਮ ਹੋ ਗਿਆ, ਪਰ ਜੇ ਵੈਰੀਫਿਕੇਸ਼ਨ ਵਿੱਚ ਕੋਈ ਦਸਤਾਵੇਜ਼ ਅਧੂਰਾ ਰਹਿ ਜਾਵੇ ਤਾਂ ਫਾਰਮ ਪੈਂਡਿੰਗ ਵਿੱਚ ਹੀ ਲਟਕਿਆ ਰਹਿੰਦਾ ਹੈ ਅਤੇ ਪੈਸੇ ਉਦੋਂ ਤੱਕ ਨਹੀਂ ਆਉਂਦੇ ਜਦੋਂ ਤੱਕ ਸਟੇਟਸ ਅਪਰੂਵਡ ਨਹੀਂ ਹੁੰਦਾ। ਸੋ ਗਲਤੀ ਹਮੇਸ਼ਾ ਸਰਕਾਰ ਦੀ ਨਹੀਂ ਹੁੰਦੀ। ਕਈ ਵਾਰ ਛੋਟੀ ਜਿਹੀ ਗਲਤੀ ਸਾਡੇ ਵੱਲੋਂ ਵੀ ਹੋ ਜਾਂਦੀ ਹੈ ਅਤੇ ਉਸ ਨੂੰ ਠੀਕ ਕਰਨਾ ਸਾਡੇ ਹੱਥ ਵਿੱਚ ਹੀ ਹੈ। ਅਜਿਹੇ ਹਾਲਾਤ ਵਿੱਚ ਕਰਨਾ ਕੀ ਚਾਹੀਦਾ ਹੈ? ਜੇ ਤੁਹਾਡਾ ਜਾਂ ਘਰ ਦੇ ਕਿਸੇ ਔਰਤ ਦੇ ਖਾਤੇ ਵਿੱਚ ਪੈਸੇ ਨਹੀਂ ਆਏ ਤਾਂ ਸਭ ਤੋਂ ਪਹਿਲਾਂ ਗੁੱਸੇ ਵਿੱਚ ਆ ਕੇ ਕੁਝ ਨਾ ਕਰੋ, ਸਿੱਧਾ ਇਹ ਕਦਮ ਲਓ। ਪਹਿਲਾ ਕਦਮ ssw.punjab.gov.in ਵੈਬਸਾਈਟ ਤੇ ਜਾ ਕੇ ਆਪਣਾ ਸਟੇਟਸ ਚੈੱਕ ਕਰਨਾ। ਉੱਥੇ ਆਪਣਾ ਐਕਨੋਲੇਜਮੈਂਟ ਨੰਬਰ ਜਾਂ ਆਧਾਰ ਨੰਬਰ ਪਾ ਕੇ ਦੇਖੋ ਕਿ ਫਾਰਮ ਦਾ ਸਟੇਟਸ ਪੈਂਡਿੰਗ ਹੈ ਜਾਂ ਅਪਰੂਵਡ ਹੈ ਜਾਂ ਰਿਜੈਕਟ ਹੋਇਆ ਹੈ। ਜੇ ਸਟੇਟਸ ਪੈਂਡਿੰਗ ਦਿਖਾਈ ਦੇਵੇ ਤਾਂ ਮਤਲਬ ਵੈਰੀਫਿਕੇਸ਼ਨ ਦਾ ਪ੍ਰੋਸੈਸ ਹਾਲੇ ਚੱਲ ਰਿਹਾ ਹੈ। ਥੋੜਾ ਹੋਰ ਸਬਰ ਕਰਨਾ ਪਵੇਗਾ। ਜੇ ਸਟੇਟਸ ਅਪਰੂਵਡ ਦਿਖ ਰਿਹਾ ਹੈ ਪਰ ਫਿਰ ਵੀ ਪੈਸਾ ਨਹੀਂ ਆਇਆ ਤਾਂ ਦੂਜਾ ਕਦਮ ਹੈ ਆਪਣੀ ਬੈਂਕ ਬ੍ਰਾਂਚ ਵਿੱਚ ਜਾ ਕੇ ਪਾਸਬੁੱਕ ਨਾਲ ਪੁੱਛਣਾ ਕਿ ਖਾਤਾ ਆਧਾਰ ਨਾਲ ਸੀਡ ਹੈ ਜਾਂ ਨਹੀਂ। ਜੇ ਸੀਡਿੰਗ ਨਹੀਂ ਹੋਈ ਤਾਂ ਬੈਂਕ ਵਿੱਚ ਆਧਾਰ ਸੀਡਿੰਗ ਫਾਰਮ ਭਰ ਦਿਓ। ਇਹ ਪ੍ਰੋਸੈਸ ਆਮ ਤੌਰ ਤੇ 2 ਤੋਂ 3 ਦਿਨਾਂ ਦੇ ਵਿੱਚ ਹੀ ਪੂਰਾ ਹੋ ਜਾਂਦਾ ਹੈ।
ਇਹ ਕੰਮ ਬਹੁਤ ਛੋਟਾ ਹੈ, ਪਰ ਬਹੁਤ ਸਾਰੀਆਂ ਔਰਤਾਂ ਇਸ ਬਾਰੇ ਜਾਣਦੀਆਂ ਹੀ ਨਹੀਂ। ਤੀਜਾ ਕਦਮ, ਜੇ ਸਟੇਟਸ ਅਪਰੂਵਡ ਹੈ, ਖਾਤਾ ਵੀ ਆਧਾਰ ਨਾਲ ਲਿੰਕ ਹੈ, ਫਿਰ ਵੀ ਪੈਸੇ ਨਹੀਂ ਆਏ ਤਾਂ 1100 ਹੈਲਪਲਾਈਨ ਨੰਬਰ ਤੇ ਕਾਲ ਕਰੋ। ਇਹ ਪੰਜਾਬ ਸਰਕਾਰ ਦੀ ਸਾਂਝੀ ਹੈਲਪਲਾਈਨ ਹੈ, ਜਿੱਥੇ ਇਸ ਯੋਜਨਾ ਨਾਲ ਸੰਬੰਧਿਤ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਕਾਲ ਕਰਦੇ ਵੇਲੇ ਆਪਣਾ ਐਕਨੋਲੇਜਮੈਂਟ ਨੰਬਰ ਨਾਲ ਰੱਖੋ ਤਾਂ ਜੋ ਪ੍ਰੋਸੈਸ ਜਲਦੀ ਹੋ ਸਕੇ। ਜੇ ਫੋਨ ਤੇ ਗੱਲ ਨਾ ਬਣੇ ਤਾਂ ਨੇੜੇਲੇ ਆਂਗਨਵਾੜੀ ਸੈਂਟਰ ਜਾਂ ਸੋਸ਼ਲ ਵੈਲਫੇਅਰ ਦਫ਼ਤਰ ਵਿੱਚ ਜਾ ਕੇ ਲਿਖਤੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇੱਕ ਗੱਲ ਹੋਰ ਧਿਆਨ ਰੱਖੋ, ਜੇ ਫਾਰਮ ਦਾ ਸਟੇਟਸ ਰਿਜੈਕਟ ਦਿਖ ਰਿਹਾ ਹੈ ਤਾਂ ਪਹਿਲਾਂ ਇਹ ਪਤਾ ਕਰੋ ਕਿ ਰਿਜੈਕਸ਼ਨ ਦੀ ਵਜ੍ਹਾ ਕੀ ਲਿਖੀ ਹੋਈ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਇਹ ਦਸਤਾਵੇਜ਼ ਦੀ ਕਮੀ ਜਾਂ ਯੋਗਤਾ ਦੀ ਸ਼ਰਤ ਪੂਰੀ ਨਾ ਹੋਣ ਕਰਕੇ ਹੁੰਦਾ ਹੈ। ਜੋ ਗਲਤੀ ਠੀਕ ਕੀਤੀ ਜਾ ਸਕਦੀ ਹੈ, ਜਿਵੇਂ ਗਲਤ ਦਸਤਾਵੇਜ਼ ਅਪਲੋਡ ਹੋ ਗਿਆ ਹੋਵੇ ਜਾਂ ਦੁਬਾਰਾ ਸਹੀ ਦਸਤਾਵੇਜ਼ ਨਾਲ ਅਪਲਾਈ ਕੀਤਾ ਜਾ ਸਕਦਾ ਹੈ। ਯੋਜਨਾ ਪਿੱਛੇ ਦੀ ਸਿਆਸਤ ਅਤੇ ਵਿਰੋਧੀ ਧਿਰ ਦੇ ਸਵਾਲ। ਹੁਣ ਗੱਲ ਕਰਦੇ ਹਾਂ ਇਸ ਯੋਜਨਾ ਦੇ ਪਿੱਛੇ ਸਿਆਸਤ ਦੀ, ਕਿਉਂਕਿ ਬਿਨਾਂ ਕਿਸੇ ਪਿਛੋਕੜ ਦੇ ਪੂਰੀ ਤਸਵੀਰ ਸਾਫ਼ ਨਹੀਂ ਹੁੰਦੀ। ਇਸ ਯੋਜਨਾ ਦਾ ਐਲਾਨ 8 ਮਾਰਚ 2026 ਨੂੰ ਪੰਜਾਬ ਦੇ ਬਜਟ ਵਿੱਚ ਹੋਇਆ ਸੀ ਅਤੇ ਰਸਮੀ ਤੌਰ ਤੇ ਇਹ 14 ਅਪ੍ਰੈਲ 2026 ਨੂੰ ਲਾਂਚ ਕੀਤੀ ਗਈ। ਯੋਜਨਾ ਲਾਂਚ ਹੋਣ ਤੋਂ ਲੈ ਕੇ ਪਹਿਲੀ ਕਿਸ਼ਤ ਖਾਤਿਆਂ ਵਿੱਚ ਆਉਣ ਤੱਕ, ਯਾਨੀ 1 ਜੁਲਾਈ ਤੱਕ ਲਗਭਗ 2.5 ਮਹੀਨੇ ਦਾ ਸਮੇਂ ਲੰਘ ਗਿਆ। ਇਸੇ ਦੇਰੀ ਨੂੰ ਲੈ ਕੇ ਵਿਰੋਧੀ ਧਿਰ ਨੇ ਸਵਾਲ ਚੁੱਕੇ ਹਨ। ਭਾਜਪਾ ਵੱਲੋਂ ਇਸ ਯੋਜਨਾ ਨੂੰ ਚੋਣਾਂ ਤੋਂ ਪਹਿਲੇ ਦਾ ਸਟੰਟ ਦੱਸਿਆ ਗਿਆ, ਇਹ ਕਹਿ ਕੇ ਕਿ ਸਰਕਾਰ ਖਜ਼ਾਨਾ ਖਾਲੀ ਕਰਕੇ ਸਿਰਫ ਵੋਟਾਂ ਲਈ ਇਹ ਸਕੀਮ ਲਿਆਈ ਹੈ। ਦੂਜੇ ਪਾਸੇ ਕੁਝ ਵਿਰੋਧੀ ਆਗੂਆਂ ਦੀ ਮੰਗ ਸੀ ਕਿ ਨਵੀਂ ਸਕੀਮ ਲਿਆਉਣ ਦੀ ਬਜਾਏ ਸਰਕਾਰ ਪਹਿਲਾਂ ਤੋਂ ਔਰਤਾਂ ਦੇ ਬਕਾਏ ਪੈਸੇ ਜੋ ਪਿਛਲੇ 4 ਸਾਲ ਤੋਂ ਲਟਕੇ ਹੋਏ ਹਨ, ਉਹ ਪਹਿਲਾਂ ਕਲੀਅਰ ਕਰੇ। ਆਮ ਆਦਮੀ ਪਾਰਟੀ ਵੱਲੋਂ ਇਸ ਯੋਜਨਾ ਨੂੰ ਆਪਣੀ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਵੀ ਇਹਨੂੰ ਸਰਕਾਰ ਦੀ ਕਾਰਗੁਜ਼ਾਰੀ ਵਜੋਂ ਪੇਸ਼ ਕੀਤਾ ਜਾਣਾ ਹੈ। ਇਸ ਸਿਆਸੀ ਖਿੱਚਤਾਨ ਦਾ ਸਿੱਧਾ ਅਸਰ ਆਮ ਔਰਤਾਂ ਤੇ ਵੀ ਪੈਂਦਾ ਹੈ, ਕਿਉਂਕਿ ਜਦੋਂ ਇੱਕ ਸਕੀਮ ਇੰਨੀ ਵੱਡੀ ਗਿਣਤੀ ਯਾਨੀ 72 ਲੱਖ ਤੋਂ ਵੱਧ ਲਾਭਪਾਤਰੀਆਂ ਲਈ ਇੱਕੋ ਵਾਰ ਸ਼ੁਰੂ ਹੁੰਦੀ ਹੈ ਤਾਂ ਸਿਸਟਮ ਤੇ ਬੋਝ ਬਹੁਤ ਵੱਧ ਜਾਂਦਾ ਹੈ। ਵੈਰੀਫਿਕੇਸ਼ਨ, ਬੈਂਕ ਸੀਡਿੰਗ ਅਤੇ ਡੇਟਾ ਮੈਚਿੰਗ ਦਾ ਕੰਮ ਇੱਕੋ ਵੇਲੇ ਇੰਨੇ ਵੱਡੇ ਪੱਧਰ ਤੇ ਹੋਣਾ ਕੋਈ ਛੋਟਾ ਕੰਮ ਨਹੀਂ ਅਤੇ ਐਸੇ ਕਰਕੇ ਕਿਸ਼ਤਾਂ ਬੈਚਾਂ ਵਿੱਚ ਵੰਡੀਆਂ ਜਾ ਰਹੀਆਂ ਹਨ। ਇਹ ਸਮਝਣਾ ਜ਼ਰੂਰੀ ਹੈ, ਕਿਉਂਕਿ ਦੇਰੀ ਦਾ ਮਤਲਬ ਹਮੇਸ਼ਾ ਬਦਨੀਤੀ ਨਹੀਂ ਹੁੰਦਾ। ਕਈ ਵਾਰ ਸਿਰਫ ਪ੍ਰਸ਼ਾਸਨਿਕ ਪ੍ਰਕਿਰਿਆ ਦੀ ਹੌਲੀ ਰਫ਼ਤਾਰ ਹੁੰਦੀ ਹੈ, ਪਰ ਇਸ ਦੇ ਨਾਲ ਹੀ ਇਹ ਸਵਾਲ ਵੀ ਜਾਇਜ਼ ਹੈ ਕਿ ਜੇ ਸਰਕਾਰ ਨੇ ਪਹਿਲਾਂ ਤੋਂ ਹੀ ਇੰਨੀ ਵੱਡੀ ਸਕੀਮ ਦਾ ਐਲਾਨ ਕੀਤਾ ਸੀ ਤਾਂ ਇਸ ਪੱਧਰ ਦਾ ਢਾਂਚਾ ਪਹਿਲਾਂ ਹੀ ਤਿਆਰ ਕਿਉਂ ਨਹੀਂ ਸੀ ਰੱਖਿਆ ਗਿਆ। ਜੋ ਵੀ ਹੋਵੇ, ਇੱਕ ਗੱਲ ਸਾਫ਼ ਹੈ, ਸਿਆਸਤ ਭਾਵੇਂ ਜੋ ਮਰਜ਼ੀ ਹੋਵੇ, ਆਮ ਔਰਤ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਉਸ ਦਾ ਖੁਦ ਦਾ ਫਾਰਮ ਸਹੀ ਭਰਿਆ ਹੋਵੇ ਅਤੇ ਖਾਤਾ ਸਹੀ ਲਿੰਕ ਹੋਵੇ ਤਾਂ ਜੋ ਸਿਸਟਮ ਦੀ ਕਿਸੇ ਵੀ ਦੇਰੀ ਦਾ ਖਾਮਿਆਜ਼ਾ ਉਹਨੂੰ ਨਾ ਭੁਗਤਣਾ ਪਵੇ। ਤਾਂ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਪੈਸੇ ਦਾ ਆਣਾ ਹਮੇਸ਼ਾ ਸਰਕਾਰੀ ਗੜਬੜ ਨਹੀਂ ਹੁੰਦਾ। ਬਹੁਤ ਵਾਰ ਵਜ੍ਹਾ ਆਧਾਰ ਸੀਡਿੰਗ ਜਾਂ ਵੈਰੀਫਿਕੇਸ਼ਨ ਪੈਂਡਿੰਗ ਹੋਣਾ ਹੁੰਦੀ ਹੈ ਅਤੇ ਇਹ ਠੀਕ ਹੋ ਸਕਦੀ ਹੈ ਜੇ ਸਹੀ ਤਰੀਕੇ ਨਾਲ ਸਟੇਟਸ ਚੈੱਕ ਕੀਤਾ ਜਾਵੇ। ਸਭ ਤੋਂ ਪਹਿਲਾਂ ਵੈਬਸਾਈਟ ਤੇ ਸਟੇਟਸ ਦੇਖੋ, ਫਿਰ ਬੈਂਕ ਵਿੱਚ ਆਧਾਰ ਲਿੰਕਿੰਗ ਚੈੱਕ ਕਰੋ ਅਤੇ ਲੋੜ ਪੈਣ ਤੇ 1100 ਤੇ ਕਾਲ ਕਰੋ। ਜੇ ਤੁਹਾਡੇ ਘਰ ਵਿੱਚ ਵੀ ਕਿਸੇ ਦੇ ਪੈਸੇ ਅਟਕੇ ਹੋਏ ਹਨ, ਇਹ ਵੀਡੀਓ ਉਸ ਤੱਕ ਜ਼ਰੂਰ ਪਹੁੰਚਾਓ। ਅਗਲੀ ਕਿਸ਼ਤ ਅਤੇ ਯੋਜਨਾ ਨਾਲ ਜੁੜੀ ਹਰ ਅਪਡੇਟ ਲਈ ਚੈਨਲ ਨਾਲ ਜੁੜੇ ਰਹੋ।